ਜਿਵੇਂ ਸਤਿਗੁਰੂ ਜੀ ਅੱਜ ਦੇ ਵਿਸ਼ੇ ਵਿੱਚ ਉਚਾਰਨ ਕਰਦੇ, ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇ। ਸੁਖ ਦੀ ਗੱਲ ਕਰ ਰਹੇ ਆ ਅੱਜ ਦੇ ਸ੍ਰੀ ਮੁਖਵਾਕ ਅੰਦਰ, ਆਗੈ ਸੁਖ ਮੇਰੇ ਮੀਤਾ। ਇਸ ਦੁਨੀਆ ਦੇ ਅੰਦਰ ਹਰ ਬੰਦਾ ਜੋ ਵੀ ਪੈਦਾ ਹੋਇਆ ਹੈ, ਹਰ ਬੰਦੇ ਨੂੰ ਸੁੱਖ ਚਾਹੀਦੇ ਆ। ਕਿਹੜਾ ਬੰਦਾ ਜਿਹਨੂੰ ਸੁੱਖ ਨਹੀਂ ਚਾਹੀਦੇ? ਸਭ ਨੂੰ ਸੁੱਖ ਚਾਹੀਦੇ ਆ। ਸੁੱਖਾਂ ਦੀ ਪ੍ਰਾਪਤੀ ਦੇ ਵਾਸਤੇ ਬੰਦਾ ਦੌੜ ਭੱਜ ਵੀ ਕਰਦਾ ਹੈ, ਬੜਾ ਭੱਜਦਾ ਹੈ। ਦੁੱਖ ਵਿੱਚ ਘਿਰਿਆ ਹੋਇਆ ਬੰਦਾ, ਸੰਸਾਰੀ ਮਨੁੱਖ, ਸੁੱਖ ਦੀ ਪ੍ਰਾਪਤੀ ਕਰਨ ਵਾਸਤੇ, ਦੁੱਖ ਤੋਂ ਛੁਟਕਾਰਾ ਪਾਉਣ ਵਾਸਤੇ ਬਹੁਤ ਭੱਜਦਾ ਹੈ। ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਅਤੇ ਸੁੱਖਾਂ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ। ਪਰ ਸੁੱਖ ਅਤੇ ਦੁੱਖ ਮਨੁੱਖੀ ਜੀਵਨ ਦਾ ਕਹਿੰਦੇ ਵੀ ਇੱਕ ਹਿੱਸਾ ਹੈ। ਇਹ ਅਣਖੜਵੇਂ ਹਨ, ਇਹ ਖੜ੍ਹਦੇ ਨਹੀਂ। ਨਾ ਤਾਂ ਬਹੁਤਾ ਚਿਰ ਸੁੱਖ ਖੜ੍ਹਦੇ ਹਨ ਅਤੇ ਨਾ ਹੀ ਦੁੱਖ ਖੜ੍ਹਦੇ ਆ। ਇਹ ਅੰਗ ਹੈ ਇੱਕ ਸਰੀਰ ਦਾ, ਇਹ ਆਉਂਦੇ ਜਾਂਦੇ ਰਹਿੰਦੇ ਆ। ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹੜਾ ਮਨੁੱਖੀ ਜੀਵਨ ਹੈ, ਖੁਸ਼ੀਆਂ ਅਤੇ ਗਮੀਆਂ ਦਾ ਸੁਮੇਲ ਹੈ। ਕਿਸੇ ਨੂੰ ਬਹੁਤੇ ਸੁੱਖ ਹੈ ਅਤੇ ਕਿਸੇ ਨੂੰ ਬਹੁਤੇ ਦੁੱਖ ਹੈ। ਦੁੱਖ ਬਹੁਤ ਹੈ ਕਿਸੇ ਨੂੰ, ਕਿਸੇ ਨੂੰ ਥੋੜ੍ਹੇ ਦੁੱਖ ਹੈ, ਕਿਸੇ ਨੂੰ ਦੁੱਖ ਵਧੇਰੇ ਬਹੁਤ ਜ਼ਿਆਦਾ ਹੈ, ਕਿਸੇ ਨੂੰ ਸੁੱਖ ਘੱਟ ਹੈ। ਪਰ ਮਨੁੱਖ ਸਦਾ ਸੁਖੀ ਰਹਿਣਾ ਚਾਹੁੰਦਾ ਹੈ। ਮਨੁੱਖ ਦੀ ਇੱਛਾ ਹੁੰਦੀ ਕਿ ਮੈਨੂੰ ਕਦੇ ਦੁੱਖ ਨਾ ਆਉਣ। ਜਿਵੇਂ ਸਤਿਗੁਰੂ ਦਾ ਫਰਮਾਨ ਹੈ, ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁੱਖ ਤਾਂ ਸਾਰਾ ਸੰਸਾਰ ਮੰਗਦਾ, ਪਰ ਦੁੱਖ ਕੋਈ ਵਿਰਲਾ ਹੀ ਮੰਗਦਾ ਹੈ, ਕੋਈ ਨਹੀਂ ਮੰਗਦਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਸੁੰਦਰ ਫਰਮਾਨ ਕਰਦੇ, ਕਹਿੰਦੇ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੁਖ ਦੀ ਪ੍ਰਾਪਤੀ ਵਾਸਤੇ ਬੰਦੇ ਨੇ ਕੀ ਕੀਤਾ? ਕੁਝ ਨਹੀਂ ਕੀਤਾ। ਸੁੱਖ ਦੀ ਪ੍ਰਾਪਤੀ ਵਾਸਤੇ ਮਨੁੱਖ ਕੀ ਕੁਝ ਕਰਦਾ ਹੈ? ਬਹੁਤ ਕੁਝ ਕਰਦਾ ਹੈ, ਪਰ ਦੁੱਖ ਵਾਸਤੇ ਕੁਝ ਨਹੀਂ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਇੱਥੋਂ ਤੱਕ ਕਿ ਸਤਿਗੁਰੂ ਜੀ ਕਹਿੰਦੇ ਸਾਰੀਆਂ ਕੀਮਤਾਂ ਇੱਕ ਪਾਸੇ ਰੱਖ ਕੇ ਸੁੱਖ ਲਈ ਝੂਠ ਬੋਲਦਾ ਹੈ, ਦੂਜਿਆਂ ਦੇ ਹੱਕ ਮਾਰਦਾ ਹੈ, ਹੇਰਾ ਫੇਰੀਆਂ ਕਰਦਾ ਹੈ। ਮਨੁੱਖ ਧਨ ਦੀ ਇਕੱਤਰਤਾ ਲਈ, ਧਨ ਇਕੱਠਾ ਕਰਨ ਵਾਸਤੇ ਇੱਕ ਪਾਸੇ ਲੱਗ ਕੇ ਰਹਿ ਜਾਂਦਾ ਹੈ। ਇਸੇ ਨੂੰ ਹੀ ਸੁੱਖ ਸਮਝਦਾ ਹੈ। ਇਸੇ ਨੂੰ ਹੀ ਸੁੱਖ ਸਮਝ ਕੇ ਧਨ ਇਕੱਠਾ ਕਰਨ ਲਈ ਦਿਨ ਰਾਤ ਭੱਜਿਆ ਫਿਰਦਾ ਹੈ ਬੰਦਾ। ਸਤਿਗੁਰੂ ਜੀ ਗੁਰਬਾਣੀ ਅੰਦਰ ਉਪਦੇਸ਼ ਬਖਸ਼ਦੇ, ਕਹਿੰਦੇ ਬਹੁਤ ਕੁਝ ਕਰਦਾ ਬੰਦਾ, ਬਹੁ ਪਰਪੰਚ ਕਰ ਪਰ ਧਨ ਲਿਆਵੈ। ਭਗਤ ਕਬੀਰ ਜੀ ਦਾ ਸੁੰਦਰ ਫਰਮਾਨ ਹੈ, ਕਹਿੰਦੇ ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਸੁਖ ਦੀ ਪ੍ਰਾਪਤੀ ਵਾਸਤੇ ਮਨੁੱਖ, ਇਹ ਬੰਦਾ ਥਾਂ ਪਰ ਥਾਂ ਜਾ ਕੇ ਦੂਜਿਆਂ ਦੀਆਂ ਖੁਸ਼ਾਮਦਾਂ ਵੀ ਕਰਦਾ ਹੈ, ਬਹੁਤ ਕੁਝ ਕਰਦਾ ਹੈ। ਪਰ ਇਹ ਭਰਮ ਵਿੱਚ ਪਿਆ ਹੋਇਆ ਬਹੁਤ ਭੱਜਦਾ ਦੌੜਦਾ। ਇਸ ਤਰ੍ਹਾਂ ਸੁੱਖ ਦੀ ਦੌੜ ਵਿੱਚ ਸਗੋਂ ਸਤਿਗੁਰੂ ਜੀ ਕਹਿੰਦੇ ਸੁੱਖ ਦੀ ਬਜਾਏ ਦੁੱਖ ਹੀ ਮਿਲਦਾ, ਇਹਨੂੰ ਸੁੱਖ ਨਹੀਂ ਮਿਲਦਾ। ਪਰਮੇਸ਼ਰ ਨੂੰ ਭੁੱਲ ਕੇ, ਜਿਵੇਂ ਆਪਾਂ ਅੱਗੇ ਵਿਚਾਰ ਕਰਦੇ ਹੁੰਦੇ, ਕੂਕਰ ਤਰ੍ਹਾਂ ਦਰ ਦਰ 'ਤੇ ਦੌੜਦਾ ਹੈ, ਦਰ ਦਰ ਦੀਆਂ ਮਿੰਨਤਾਂ ਕੱਢਦਾ ਹੈ। ਜਿਵੇਂ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਵੀ ਫਰਮਾਨ ਹੈ, ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰਹਿ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਪਰਮੇਸ਼ਰ ਦਾ ਸਿਮਰਨ ਛੱਡ ਕੇ ਦੁਆਰੇ ਦੁਆਰੇ ਡੋਲਦਾ ਫਿਰਦਾ ਹੈ ਵੀ ਇੱਥੋਂ ਸੁੱਖ ਮਿਲ ਜਾਣ, ਇੱਥੋਂ ਸੁੱਖ ਮਿਲ ਜਾਣ। ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਹੈ ਸੁੱਖ ਦਾ ਹੀ ਹੈ, ਵੀ ਬੰਦਾ ਸੁੱਖਾਂ ਦੀ ਭਾਲ ਵਿੱਚ ਹੈ ਅਤੇ ਭੱਜਦਾ ਉਹੀ ਹੈ ਜਿਹੜਾ ਅਗਿਆਨੀ ਹੈ, ਜਿਹਨੂੰ ਗਿਆਨ ਨਹੀਂ ਗੁਰੂ ਦੇ ਸ਼ਬਦ ਦਾ, ਗੁਰਮਤਿ ਨਹੀਂ। ਅਗਿਆਨੀ ਮਨੁੱਖ ਧਨ ਦੌਲਤ, ਦੁਨਿਆਵੀ ਰਸਾਂ ਕਸਾਂ, ਰੰਗ ਤਮਾਸ਼ਿਆਂ ਨੂੰ
ਇਹਨਾਂ ਨੂੰ ਹੀ ਸੁੱਖ ਸਮਝੀ ਬੈਠਾ ਹੈ। ਇਹਨਾਂ ਇਸ ਸੁੱਖ ਸਾਧਨ ਜ਼ਰੂਰ ਹੈ, ਪਰ ਇਹ ਸੁੱਖ ਨਹੀਂ ਦੇ ਸਕਦੇ, ਮਨ ਨੂੰ ਸ਼ਾਂਤੀ ਨਹੀਂ ਦੇ ਸਕਦੇ। ਇਹ ਆਉਂਦੇ ਵੀ ਆ ਤਾਂ ਥੋੜ੍ਹਾ ਚਿਰ ਮਨ ਸੁਖੀ ਰਹਿੰਦਾ ਹੈ, ਫਿਰ ਦੁਖੀ ਹੋ ਜਾਂਦਾ ਹੈ, ਫਿਰ ਆਉਂਦਾ ਹੈ, ਫਿਰ ਸੁਖੀ ਹੋ ਜਾਂਦਾ ਹੈ। ਜਦੋਂ ਕੁਝ ਪਾਉਂਦਾ ਹੈ ਫਿਰ ਜਦੋਂ ਚਲਿਆ ਜਾਂਦਾ ਦੁਨਿਆਵੀ ਧਨ, ਫਿਰ ਦੁਖੀ ਹੋ ਜਾਂਦਾ। ਕੋਈ ਦਾਤ ਮਿਲ ਗਈ ਸੁਖੀ ਹੋ ਗਿਆ 2-4 ਦਿਨ, ਕੋਈ 15 ਦਿਨ, ਮਹੀਨਾ ਸੁਖੀ ਰਿਹਾ, ਫਿਰ ਦੁਖੀ ਹੋ ਗਿਆ। ਸਤਿਗੁਰੂ ਜੀ ਕਹਿੰਦੇ ਸਦਾ ਰਹਿਣ ਵਾਲੇ ਸੁੱਖ ਨਹੀਂ ਦੇ ਸਕਦੇ ਧਨ ਪਦਾਰਥ। ਸਦਾ ਰਹਿਣ ਵਾਲਾ ਸੁੱਖ ਜੇ ਚਾਹੁੰਨਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਗੁਰੂ ਨੂੰ ਸਿਮਰ, ਪਰਮੇਸ਼ਰ ਦਾ ਨਾਮ ਜਪ। ਨਹੀਂ ਤੇ ਇਹ ਜਿਨ੍ਹਾਂ ਦੇ ਪਿੱਛੇ ਸੰਸਾਰ ਲੱਗਿਆ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਭਾਵੇਂ ਕਿੰਨੇ ਯਤਨ ਕਰ ਲੈ, ਸਤਿਗੁਰੂ ਦਾ ਫਰਮਾਨ ਹੈ ਸੁਖ ਨਾਹੀ ਬਹੁਤੈ ਧਨ ਖਾਟੇ। ਧਨ ਖੱਟਣ ਨਾਲ ਕਿਸੇ ਦੀ ਸੋਚ ਹੁੰਦੀ ਹੈ ਵੀ ਮੈਂ ਬਹੁਤ ਜ਼ਿਆਦਾ ਧਨ ਇਕੱਠਾ ਕਰ ਲਾਂ ਅਤੇ ਮੈਂ ਸੁਖੀ ਹੋ ਜਾਵਾਂ। ਨਹੀਂ, ਆਪਾਂ ਐਸੇ ਵੀ ਦੇਖੇ ਹੋਣੇ ਆ ਵੀ ਜਿਨ੍ਹਾਂ ਦਾ ਬੈਂਕ ਬੈਲੈਂਸ ਦਾ ਪਤਾ ਹੀ ਕੋਈ ਨਹੀਂ ਵੀ ਕਿੰਨਾ ਕੁ ਹੈ, ਅਤੇ ਉਹ ਵੀ ਦੁਖੀ ਬਹੁਤ ਹੈ। ਜਿਨ੍ਹਾਂ ਦੇ ਕੋਲ ਧਨ ਪਦਾਰਥ ਬਹੁਤ ਹੈ ਅਤੇ ਉਹ ਵੀ ਬਹੁਤ ਦੁਖੀ ਹੈ। ਯਾਦ ਰੱਖਿਓ, ਜਿਨ੍ਹਾਂ ਦੇ ਕੋਲ ਬੋਡੀ ਗਾਰਡ ਖੜ੍ਹੇ ਹੁੰਦੇ ਆ ਨਾ, ਵੀ ਬੋਡੀ ਦੀ ਰੱਖਿਆ ਕਰਨ ਵਾਸਤੇ, ਵੀ ਇਹਨੂੰ ਕੋਈ ਕੁਝ ਕਹਿ ਨਾ ਦੇਵੇ, ਨਾਲ ਬੜਾ ਧਨ ਉਹਨਾਂ ਕੋਲ, ਪਹਿਰੇਦਾਰ ਉਹਨਾਂ ਦੇ, ਨੌਕਰ ਚਾਕਰ ਬਹੁਤ, ਉਹ ਵੀ ਐਸੇ ਇੰਨੇ ਦੁਖੀ ਹੋ ਗਏ। ਕਹਿੰਦੇ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰਨ ਦੇ ਯਤਨ ਕੀਤੇ ਅਤੇ ਕੀਤਾ ਵੀ। ਗਲ ਵਿੱਚ ਆਪਣੇ ਰੱਸੇ ਪਾ ਪਾ ਕੇ ਫਾਹੇ ਲੈ ਲਏ, ਆਪਣੇ ਹੀ ਪੁਰਪੜੀ 'ਤੇ ਰੱਖ ਕੇ ਗੋਲੀਆਂ ਆਪਣੇ ਆਪ ਨੂੰ ਹੀ ਮਾਰ ਲਈਆਂ, ਆਤਮ ਹੱਤਿਆ ਕਰ ਲਈ। ਦੁਖੀ ਸੀ ਤਾਂ ਹੀ ਉਹਨਾਂ ਨੇ ਐਸਾ ਕਦਮ ਚੱਕਿਆ, ਨਹੀਂ ਤੇ ਧਨ ਪਦਾਰਥ ਪੈਸਾ ਤਾਂ ਉਹਨਾਂ ਕੋਲ ਪਤਾ ਹੀ ਨਹੀਂ ਵੀ ਕਿੰਨਾ ਕੁ ਸੀ। ਸਤਿਗੁਰੂ ਜੀ ਕਹਿੰਦੇ ਸੁਖ ਨਾਹੀ ਬਹੁਤੈ ਧਨ ਖਾਟੇ। ਐ ਬੰਦੇ ਜੇ ਤੇਰੀ ਸੋਚ ਹੋਵੇ ਨਾ ਬਹੁਤਾ ਧਨ ਇਕੱਠਾ ਕਰਕੇ ਮੈਂ ਸੁਖੀ ਹੋ ਜਾਊਂ, ਇਹ ਵੀ ਤੇਰਾ ਭੁਲੇਖਾ ਹੈ। ਗੁਰਬਾਣੀ ਚੱਕਦੀ ਸੁਖ ਨਾਹੀ ਬਹੁਤੈ ਧਨ ਖਾਟੇ। ਅੱਗੇ ਕਹਿੰਦੇ ਸੁਖ ਨਾਹੀ ਪੇਖੇ ਨਿਰਤ ਨਾਟੇ। ਬੰਦਾ ਕਹਿੰਦਾ ਜੀ ਮੈਂ ਆਪਣੀਆਂ ਅੱਖਾਂ ਨਾਲ ਉਹ ਫਲਾਣੇ ਥਾਂ ਜਾ ਕੇ ਰੰਗ ਤਮਾਸ਼ੇ ਦੇਖਾਂ, ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਾਂ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇਖਾਂ ਇਹਨਾਂ ਅੱਖਾਂ ਨਾਲ। ਸਤਿਗੁਰੂ ਜੀ ਕਹਿੰਦੇ ਫਿਰ ਵੀ ਨਹੀਂ ਤੂੰ ਸੁਖੀ ਹੋ ਸਕਦਾ। ਸੁਖ ਨਾਹੀ ਪੇਖੇ ਨਿਰਤ ਨਾਟੇ। ਬੜਾ ਕੁਝ ਬੰਦਾ ਦੇਖਦਾ, ਨਿਰਤ ਨਾਟਕ ਚਿੱਟ ਕੇ ਨਾ ਅੱਖਾਂ ਨਾਲ ਬਹੁਤ ਰੰਗ ਤਮਾਸ਼ੇ ਦੇਖ ਕੇ ਸੁਖੀ ਹੋਣਾ ਚਾਹੁੰਦਾ ਹੈ, ਪਰ ਨਿਰਤ ਨਾਟੇ ਦੇਖ ਕੇ ਵੀ ਸੁਖੀ ਨਹੀਂ ਹੋ ਸਕਦਾ। ਅੱਗੇ ਕਹਿੰਦੇ ਸੁਖ ਨਾਹੀ ਬਹੁ ਦੇਸ ਕਮਾਏ। ਬੰਦੇ ਦੀ ਸੋਚ ਹੁੰਦੀ ਮੈਂ ਫਲਾਣੇ ਥਾਂ ਚਲਿਆ ਜਾਵਾਂ, ਦੇਸ਼ਾਂ ਵਿਦੇਸ਼ਾਂ ਵਿੱਚ ਸੈਰ ਕਰਾਂ, ਧਨ ਪਦਾਰਥ ਪੈਸਾ ਕਮਾਵਾਂ। ਸਤਿਗੁਰੂ ਜੀ ਕਹਿੰਦੇ ਇਹਨਾਂ ਤਰੀਕਿਆਂ ਨਾਲ ਵੀ ਤੂੰ ਸੁਖੀ ਨਹੀਂ ਹੋ ਸਕਦਾ। ਸੁਖ ਨਾਹੀ ਬਹੁ ਦੇਸ਼ ਕਮਾਏ। ਅੱਗੇ ਕਹਿੰਦੇ ਅਖੀਰਲੀ ਪੰਕਤੀ ਵਿੱਚ ਸਰਬ ਸੁਖਾਂ ਹਰ ਹਰ ਗੁਣ ਗਾਏ। ਕਹਿੰਦੇ ਸਾਰੇ ਸੁੱਖ ਫੇਰ ਹੀ ਮਿਲਣੇ ਆ ਜਦੋਂ ਹਰੀ ਦੇ ਗੁਣ ਗਾਵੇਂਗਾ, ਇਸ ਰਸਨਾ ਨਾਲ ਪਰਮੇਸ਼ਰ ਦਾ ਸਿਮਰਨ ਕਰੇਗਾ। ਸੁੱਖਾਂ ਦੇ ਕੇਂਦਰ ਪਰਮਾਤਮਾ ਪਰਮੇਸ਼ਰ ਨੂੰ ਜਦੋਂ ਸਿਮਰੇਗਾ, ਜਦੋਂ ਤੱਕ ਉਹਨੂੰ ਸਿਮਰਦਾ ਨਹੀਂ, ਉਸ ਪਰਮਾਤਮਾ ਨਾਲ ਜੁੜਦਾ ਨਹੀਂ, ਉਹਨਾਂ ਚਿਰ ਤੈਨੂੰ ਸੁੱਖ ਨਹੀਂ ਮਿਲ ਸਕਦੇ। ਹਾਂ, ਜਦੋਂ ਪਰਮੇਸ਼ਰ ਨਾਲ ਜੁੜ ਗਿਆ, ਸਤਿਗੁਰੂ ਜੀ ਕਹਿੰਦੇ ਫਿਰ ਸੁੱਖ ਮਿਲਣੇ ਆ, ਫਿਰ ਸੁੱਖਾਂ ਦਾ ਨਸੀਬ ਹੋਣਾ ਹੈ। ਨਹੀਂ ਤੇ ਉਹਨਾਂ ਚਿਰ ਦੁੱਖ ਨਹੀਂ ਕੱਟੇ ਜਾਣੇ ਜਿੰਨਾ ਚਿਰ ਪਰਮੇਸ਼ਰ ਨਾਲ ਨਹੀਂ ਜੁੜਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰਾ ਸੰਸਾਰ ਸੁੱਖਾਂ ਦੀ ਭੱਜ ਦੌੜ ਵਿੱਚ ਹੈ, ਪਰ ਅਸਲ ਸੁੱਖ ਮਿਲਣੇ ਕਿੱਥੋਂ ਹੈ ਇਹ ਸੰਸਾਰ ਨੂੰ ਪਤਾ ਨਹੀਂ। ਸੁਖ ਦਾਤਾ ਪੈ ਭੰਜਨੋ ਤਿਸ ਆਗਿਆ ਕਰੇ ਅਰਦਾਸ, ਮਿਹਰ ਕਰੇ ਜੇ ਮਿਹਰਬਾਨ ਤਾਂ ਕਾਰਜ ਆਵੈ ਰਾਸ। ਸਤਿਗੁਰੂ ਜੀ ਕਹਿੰਦੇ ਉਸ ਮਿਹਰਬਾਨ ਦੇ ਮੂਹਰੇ ਅਰਦਾਸ ਕਰ, ਫੇਰ ਹੀ ਤੇਰੇ ਕਾਰਜ ਰਾਸ ਹੋਣੇ ਆ। ਸੋ ਅੱਜ ਦਾ ਜਿਹੜਾ ਮੁੱਖ ਵਾਕ ਆਪਾਂ ਵਿਚਾਰ ਕਰਦੇ ਸੀ, ਉਹਦੇ ਬਾਬਤ ਸਾਨੂੰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਆ ਵੀ ਸੁੱਖ ਕਿਵੇਂ ਪ੍ਰਾਪਤ ਹੁੰਦੇ, ਸੁੱਖਾਂ ਦੇ ਦਾਤੇ ਨਾਲ ਜੁੜ ਕੇ। ਹੋਰ ਆਪਾਂ ਵਿਚਾਰ ਕੀਤੀ ਭਾਵੇਂ ਕੁਝ ਵੀ ਬੰਦਾ ਕਰ ਲਵੇ, ਸੁੱਖ ਨਹੀਂ ਮਿਲ ਸਕਦੇ। ਜਿੰਨਾ ਚਿਰ ਪਰਮੇਸ਼ਰ ਚਿੱਤ ਵਿੱਚ ਨਹੀਂ ਵਸਿਆ, ਉਹਨਾਂ ਚਿਰ ਤੈਨੂੰ ਕੋਈ ਵੀ ਦਾਤ, ਕੋਈ ਵੀ ਧਨ ਪਦਾਰਥ ਪੈਸਾ ਸੁਖੀ ਨਹੀਂ ਕਰ ਸਕਦਾ, ਚਿੰਤਾ ਵਿੱਚ ਹੀ ਰਵੇਂਗਾ। ਜਦੋਂ ਪਰਮੇਸ਼ਰ ਨੂੰ ਸਿਮਰੇਂਗਾ, ਉਹਦਾ ਨਾਮ ਜਪੇਂਗਾ, ਸ਼ਾਂਤੀ ਨਾਲ ਬੈਠ ਕੇ, ਆਨੰਦ ਨਾਲ ਬੈਠ ਕੇ ਉਹਨੂੰ ਚੇਤੇ ਕਰੇਂਗਾ, ਅਤੇ ਸਤਿਗੁਰੂ ਜੀ ਕਹਿੰਦੇ ਫੇਰ ਹੀ ਸੁਖੀ ਹੋਵੇਂਗਾ। ਅੱਜ ਦਾ ਮੁੱਖ ਵਾਕ ਸਾਨੂੰ ਸਤਿਗੁਰੂ ਜੀ ਸਾਡੀ ਝੋਲੀ ਵਿੱਚ ਪਾ ਰਹੇ ਇਸੇ ਤਰ੍ਹਾਂ ਦਾ ਉਪਦੇਸ਼।
सानू बख्श रहे आ। सोरठ महला पंजवा, आगै सुख मेरे मीता। सतगुरु जी कहते आगै, आगै का अर्थ है अगां, आउण वाला समा, आउण वाला जीवन, आउण वाली उम्र, जिहड़ा समा आउण वाला। सतगुरु जी कहते आगै सुख मेरे मीता। मीता का अर्थ आप विचार किए भी मित्र कह के सतगुरु जी उपदेश बख्शते आ। हे मेरे मित्र, जिस मनुख के अगां आने वाले जीवन में परमेश्वर ने सुख बना दिते, सुख बख्श दिते, आगै सुख मेरे मीता, पाछे आनंद प्रभ कीता। पाछे का अर्थ जिहड़ा लंघ गया समा, पिछे बीत चुके समय विच भी जिहड़ा सुखी रहा, शांत रहा, आनंद विच रहा, होर कोई नहीं हो सकता, परमेश्वर नाल जुड़िया ही हो सकता है। परमात्मा का नाम जपण वाला हो सकता है, जिहदा बीत चुकिया समा सुखां विच होवे, आउण वाला समा सुखां विच होवे। नहीं तो की हुंदा है, जां तां पिछली उम्रे किसी ने दुख वेख्या हुंदा, पिछे जिहड़ा समा लंघ गया उस विच दुखी रहिंदा बंदा, जां कोई दुख विच फिर चंगे कर्म करदा है, परमेश्वर नूं सिमरदा है, फिर आउण वाला समा सुखी हो जाता है। पर जिहदे दोने समय सुखी है, सतगुरु जी कहते लोक ते परलोक, कहते इत्थे जिथे बंदा रहिंदा मात लोक विच इत्थे भी सुखी रहा, हर पक्षों पूरा गुरु नूं सिमरदा, परमात्मा का नाम जपदा, अपने घर परिवार विच रहिंदा होया सुखी रहा। अगे जाके भी सतगुरु जी कहते वो दरगाह विच माण पाउंदा, अगे भी सुख प्राप्त हुंदे आ। नहीं तो बंदे का की सुभाव हुंदा, इत्थे जदों धन दौलत पैसा पदार्थ पूरे होण फिर ये विकार करता है, पाप करता है, मानाइयां करता है, मनमुख हो के ये बहुत कुछ वो करता जिहड़ा परमेश्वर नूं भाउंदा नहीं। फिर इनू नरकां दी अग विच सड़ना पैंदा, गांह जाके दुख भोगणे पैंदे आ। क्योंकि सियाणियां दा कथन है, तपों राज ते राजों नरक, तप करके राज मिलदा ते राज करदा बंदा हंकार विच आके फिर इनू अगांह नरकां विच गोते खाने पैंदे आ, अगांह वाला समा दुखी हुंदा है। पर सतगुरु जी कहते जिहदे दोने समय सुखी सुखां विच बीते, आगै सुख मेरे मीता, पाछे आनंद प्रभ कीता। आगै आउण वाला समा, जदों शरीर छड्ड के पंज भूतक शरीर नूं छड्ड के बंदिया तू जाना है, फिर उत्थे जे तां चंगे कर्म कीते, परमेश्वर दा नाम जपिया, बंदगी कीती ते दरगाह विच थां प्राप्त हो जाना है। दरगाह विच थां मिल जाना, आओ भगत होनी, वडियाइयां मिलनियां, मुख उजला हो जाना है। जिवें सतगुरु गुरु नानक महाराज जी कहते जिन्नी नाम ध्याया गए मसकत काल, नानक ते मुख उजले केती छुट्टी नाल। उन्हां दे मुख उजले हो जाते जिहड़े संसार ते रह के जीवन सफला करके जाते हैं, विकारां तो अपने मन नूं हटा के गुरु वाले पासे जोड़ के गुरमुख बन के जिहड़े नाम जप के जाते, उन्हां दा ये जीवन भी सफला, अगे जाके भी उन्हां नूं आदर मान मिलदा। पर जिहड़े मनमुख हो के मन दे पिछे लग के संसार ते विकार भोगदे आ, जिवें कहते हैं ना भी ये जग मिठा ते अग्गा किने डिठा, खाओ पीओ ऐश करो, मरण एक दिन तो मरना ही है, जिन्हां दी ये विचार हुंदी है। सतगुरु जी कहते फिर अगे जाके दुखी बहुत हुंदे आ। इत्थे भी कई बार वो आप देखते हैं ना भी जदों बंदा नशे विशे करदा, मानाइयां करदा, फिर शरीर विचों ऐसे रोग उठदे आ, ऐसे रोग उत्पन्न हुंदे आ भी उन्हां तो खैड़ा छुड़ाउणा औखा हो जाता है। सतगुरु जी कहते खसम विसार किए रस भोग, तां तन उठ खलोए रोग। मानाइयां कीतियां, खसम नूं विसार के विकार भोगे, इस शरीर विच कूड़ कबाड़ सिटिया, ਉਹ कुछ पाया ਜਿਹੜੇ पशु जानवर नहीं खाते, फिर रोग ही पैदा होने सी, फिर सुखी कित्थों रहिंदा। विचों ही रोग खड़े हो गए। खसम नूं विसारिया जदों विकार भोगण वाल तुर पिया, मानाइयां करन तुर पिया। ਜਿਹੜੀ संगत विच बहिंदा वो कहते खाओ पीओ ऐश करो, अगे किने देखिया, एक दिन मरता जाना ही है, जिंदगी मिली है, इनू अपने हिसाब नाल जीओ, जिन्हां दी ये सोच हुंदी है। फिर सतगुरु जी कहते अगे जाके दुखी बहुत होंगे आ। आप देखे भी बहुत होने आ जिन्हों ने नशे विशे किए, क्योंकि नशा ना जोड़ा ये शरीर नूं बर्बाद कर दिंदा, खराब कर दिंदा। कंचन वर्गी देही हुंदी बंदे दी, नशियां विशियां विच लग के नशे तो जिहड़े शरीर नूं दिंदा, विशे जिहड़ा मन मंगदा है, काम क्रोध, काम जिहड़ा है ये विशा है।
ਕਾਮ ਦੇ ਵਸ ਹੋ ਕੇ ਬੰਦਾ ਮਾੜੇ ਕਰਮ ਕਰਦਾ, ਇਹ ਵੀ ਸਰੀਰ ਨੂੰ ਗਾਲ ਦਿੰਦਾ ਹੈ, ਸਰੀਰ ਨੂੰ ਖਰਾਬ ਕਰ ਦਿੰਦਾ ਹੈ। ਜਿਵੇਂ ਸਤਿਗੁਰੂ ਦਾ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਲ ਹੈ। ਕਾਮ ਤੇ ਕ੍ਰੋਧ ਬੰਦੇ ਦੇ ਸਰੀਰ ਨੂੰ ਗਾਲ ਦਿੰਦੇ ਆ, ਖਤਮ ਕਰ ਦਿੰਦੇ ਆ। ਇੱਕ ਕ੍ਰੋਧ ਬਹੁਤ ਆਉਣਾ, ਇਹ ਵੀ ਜਿਹੜਾ ਬੰਦੇ ਦੇ ਸਰੀਰ ਨੂੰ ਖਤਮ ਕਰ ਦਿੰਦਾ ਹੈ। ਬੰਦਾ ਆਪਣੇ ਆਪ ਵਿੱਚੇ ਵਿੱਚ ਹੀ ਭੁੱਜੀ ਜਾਂਦਾ, ਸੜੀ ਜਾਂਦਾ ਹੈ, ਫਿਰ ਉੱਥੋਂ ਰੋਗ ਪੈਦਾ ਹੋ ਜਾਂਦੇ ਆ। ਸਤਿਗੁਰੂ ਦਾ ਫਰਮਾਨ, ਗੁਰਬਾਣੀ ਬਿਲਕੁਲ ਸੱਚ ਹੈ, ਝੂਠ ਨਹੀਂ ਬੋਲਦੀ। ਝੂਠਾ ਹੈ ਤਾਂ ਬੰਦਿਆ ਤੂੰ ਹੈ, ਗੁਰਬਾਣੀ ਬਿਲਕੁਲ ਸੱਚ ਹੈ। ਅੱਜ ਨਹੀਂ ਤੇ ਕੱਲ ਗੁਰਬਾਣੀ ਦੇ ਬਚਨਾਂ ਦਾ ਅਸਰ ਜ਼ਰੂਰ ਹੋਊ। ਸਤਿਗੁਰੂ ਜੀ ਕਹਿੰਦੇ ਜਿਹੜਾ ਬਹੁਤਾ ਕਾਮ ਵੱਲ ਧਿਆਨ ਰੱਖਦਾ, ਉਹ ਵੀ ਇੱਕ ਦਿਨ ਉਹਦਾ ਸਰੀਰ ਖਰਾਬ ਹੋਣਾ ਹੈ। ਜਿਹੜਾ ਜਿਹਨੂੰ ਕ੍ਰੋਧ ਚੜ੍ਹਦਾ, ਉਹਦਾ ਵੀ ਸਰੀਰ ਗਲ ਜਾਣਾ ਹੈ। ਇਸ ਕਰਕੇ ਵਿਸ਼ੇ ਵਿਕਾਰ ਜਿਹੜੇ ਸਰੀਰ ਨੂੰ ਖਤਮ ਕਰ ਦਿੰਦੇ ਆ, ਰੋਗ ਪੈਦਾ ਕਰਦੇ ਆ। ਆਪਾਂ ਵਿਚਾਰ ਕਰਦੇ ਸੀ, ਪਰਮੇਸ਼ਰ ਨੂੰ ਵਿਸਾਰ ਕੇ ਬੰਦਾ ਮਾਨਾਈਆਂ ਕਰਦਾ ਹੈ, ਵਿਸ਼ੇ ਭੋਗਦਾ, ਮਾੜੇ ਕਰਮ ਕਰਦਾ। ਖਸਮ ਵਿਸਾਰ ਕੀਏ ਰਸ ਭੋਗ, ਇਸ ਜੀਵ ਨੂੰ ਰਸ ਦੇਣ ਵਾਸਤੇ, ਜੀਵ ਦੇ ਸਵਾਦ ਵਾਸਤੇ ਉਹ ਕੁਝ ਖਾਂਦਾ ਪੀਂਦਾ ਜਿਹੜੇ ਪਸ਼ੂ ਜਾਨਵਰ ਵੀ ਨਹੀਂ ਖਾਂਦੇ। ਇੰਨਾ ਇਹ ਗਿਰ ਜਾਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਇਹਦੇ ਸਰੀਰ 'ਚੋਂ ਰੋਗ ਪੈਦਾ ਹੁੰਦੇ ਆ, ਰੋਗ ਉੱਠ ਖੜਦੇ ਆ। ਫਿਰ ਉਹਨਾਂ ਰੋਗਾਂ ਤੋਂ ਬਚਣਾ ਬੰਦੇ ਦੇ ਵੱਸ ਦੀ ਗੱਲ ਨਹੀਂ। ਫਿਰ ਉਹ ਰੋਗ ਖਹਿੜਾ ਨਹੀਂ ਛੱਡਦੇ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਫੇਰ ਹੀ ਰੋਗ ਉੱਠੇ ਜਦੋਂ ਖਸਮ ਨੂੰ ਵਿਸਾਰ ਕੇ ਮਾਨਾਈਆਂ ਕੀਤੀਆਂ। ਮਾੜੇ ਕਰਮਾਂ ਦਾ ਫਲ ਤਾਂ ਮਿਲਦਾ ਜ਼ਰੂਰ। ਸਤਿਗੁਰੂ ਜੀ ਕਹਿੰਦੇ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਹੋ ਜਿਹਾ ਕੁਝ ਬੀਜੇਗਾ ਉਹ ਵੱਢਣਾ ਤੈਨੂੰ ਹੀ ਪੈਣਾ ਹੈ। ਇਸ ਕਰਕੇ ਜੇ ਤੂੰ ਚਾਹੁੰਦਾ ਵੀ ਮੈਂ ਦਾਖਾਂ ਭਾਲਦਾ, ਭਗਤ ਜੀ ਦਾ ਫੁਰਮਾਨ ਹੈ, ਚੰਗੇ ਮੇਵੇ ਖਾਣੇ ਚਾਹੁੰਦਾ, ਤੇ ਫਿਰ ਇਹਨਾਂ ਹੱਥਾਂ ਨਾਲ ਚੰਗੇ ਕਰਮ ਬੀਜ। ਹਾਂ, ਬੀਜੀ ਤੂੰ ਕਿਕਰਾਂ ਦੇ ਬੀਜ ਬੈਠਾ ਹੈ, ਆਸਾਂ ਵਿੱਚ ਦਾਖਾਂ ਵਿੱਚ ਬੈਠਾ ਹੈ ਵੀ ਦਾਖਾਂ ਮਿਲਣਗੀਆਂ, ਮੇਵੇ ਖਾਣ ਨੂੰ ਮਿਲਣਗੇ, ਤੇਰਾ ਭੁਲੇਖਾ ਹੈ। ਜਿਹੋ ਜਿਹਾ ਕੁਝ ਬੀਜੇਗਾ ਉਹ ਵੱਢਣਾ ਪੈਣਾ ਹੈ। ਫਰੀਦਾ ਲੋਚੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਹੰਡੇ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿੱਕਰਾਂ ਦੇ ਬੀਜ ਆਪਾਂ ਦੇਖਦੇ ਨਾ, ਬਹੁਤ ਕੂਲੇ ਹੁੰਦੇ ਆ। ਜਦੋਂ ਤੁੱਕਿਆਂ ਵਿੱਚੋਂ ਨਿਕਲਦੇ ਆ ਨਾ, ਕਿੱਕਰ ਦੇ ਬੀਜ ਬਹੁਤ ਕੂਲੇ ਹੁੰਦੇ ਆ। ਉਹਨਾਂ ਨੂੰ ਕੂਲੇ ਸਮਝ ਕੇ ਬੀਜ ਦਿੱਤਾ ਵੀ ਬਹੁਤ ਚੰਗੇ ਆ, ਤੇ ਪਰ ਜਦੋਂ ਉਹ ਪੇੜ ਪੌਦਾ ਬਣਿਆ, ਜੰਮਦਿਆਂ ਨੂੰ ਤਿੱਖੀਆਂ ਸੂਲਾਂ ਲੱਗੀਆਂ। ਇਸੇ ਤਰ੍ਹਾਂ ਬੰਦਾ ਜਦੋਂ ਮਾਨਾਈਆਂ ਕਰਦਾ ਨਾ, ਚੰਗਾ ਬਹੁਤ ਲੱਗਦਾ ਬੰਦੇ ਨੂੰ ਵੀ ਜੋ ਮਨ ਚਾਹੁੰਦਾ ਜੀ ਕਰ ਲਓ, ਜੋ ਮਰਜ਼ੀ ਖਾਓ ਪੀਓ, ਜੋ ਮਰਜ਼ੀ ਕਰਮ ਕਰੋ। ਇਹਨਾਂ ਹੱਥਾਂ ਨਾਲ ਆਪਾਂ ਨੂੰ ਕੌਣ ਦੇਖਦਾ? ਉਹ ਕਿੱਕਰਾਂ ਦੇ ਬੀਜ ਬੀਜ ਰਿਹਾ ਵੀ ਮਾਨਾਈਆਂ ਕਰ ਰਿਹਾ ਹੈ। ਪਰ ਜਦੋਂ ਪੇੜ ਪੌਦਾ ਉੱਗਿਆ, ਉਹਨੂੰ ਬਹੁਤ ਭੈੜੀਆਂ ਸੂਲਾਂ, ਤਿੱਖੀਆਂ ਸੂਲਾਂ ਲੱਗਣੀਆਂ। ਉਹ ਜੰਮਦਿਆਂ ਨੇ ਫਿਰ ਤੇਰਾ ਨੁਕਸਾਨ ਕਰਨ ਲੱਗ ਜਾਣਾ। ਇਸੇ ਤਰ੍ਹਾਂ ਜਦੋਂ ਮਾੜੇ ਕਰਮ ਕਰਦਾ ਬੰਦਾ, ਬਹੁਤ ਚਾਅ ਨਾਲ ਕਰਦਾ ਮਨਾਈਆਂ, ਪਰ ਜਦੋਂ ਕਰਮ ਬਣ ਕੇ ਉੱਗਦਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹ ਦੁਖੀ ਕਰਦਾ ਹੈ। ਰਾਹੋ ਵਿਚਾਰ ਆਪਾਂ ਵਿਚਾਰ ਕਰਦੇ ਸੀ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਪਰਮਾਤਮਾ ਨੂੰ ਵਿਸਾਰ ਕੇ ਬੰਦਾ ਸੁੱਖ ਤਾਂ ਲੈਣੇ ਚਾਹੁੰਦਾ ਹੈ, ਪਰ ਸੁੱਖ ਮਿਲਦੇ ਨਹੀਂ। ਜਿਹੜਾ ਗੁਰੂ ਨਾਲ ਜੁੜ ਕੇ ਗੁਰਮੁਖ ਬਣ ਕੇ ਨਾਮ ਜਪਦਾ, ਉਹਨੂੰ ਸੁੱਖਾਂ ਦੀ ਵੀ ਕੋਈ ਕਮੀ ਨਹੀਂ ਰਹਿੰਦੀ। ਲੋਕ ਸੁਖੀਏ ਪਰਲੋਕ ਸੁਹੇਲੇ ਕਰ ਦਿੰਦਾ ਸਤਿਗੁਰੂ। ਇਸ ਸੰਸਾਰ 'ਤੇ ਵੀ ਸੁਖੀ ਵਸਦੇ ਆ, ਸਾਰਾ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜੋ ਵੀ ਉਹਨਾਂ ਦੀ ਮਨ ਦੀ ਭਾਵਨਾ ਹੁੰਦੀ ਹੈ, ਸਭ ਕੁਝ ਮਿਲਦਾ ਉਹਨਾਂ ਨੂੰ। ਸਭ ਨੂੰ ਵੱਡੀ ਮਨ ਦੀ ਸ਼ਾਂਤੀ, ਮਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਮਨ ਖੇੜੇ ਵਿੱਚ ਖੁਸ਼ੀ ਵਿੱਚ ਰਹਿੰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਇੱਥੇ ਵੀ ਸੁਖੀ ਵਸਦੇ ਹੋ, ਅੱਗੇ ਪਰਲੋਕ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਦਰਗਾਹ ਵਿੱਚ ਮਾਣ ਮਿਲਦਾ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਗੁਰਮੁਖ ਜਿਹੜਾ ਗੁਰੂ ਵੱਲ ਮੁੱਖ ਕਰਕੇ ਗੁਰੂ ਦੀ ਆਗਿਆ ਵਿੱਚ ਤੁਰਨ ਵਾਲਾ ਗੁਰਸਿੱਖ ਹੈ, ਸਤਿਗੁਰੂ ਜੀ ਕਹਿੰਦੇ ਉਹ ਪਿਛਲਾ ਜਨਮ, ਪਿਛਲੀ ਜ਼ਿੰਦਗੀ, ਪਿਛਲਾ ਜੀਵਨ ਵੀ ਉਹਦਾ ਸੁੱਖਾਂ ਵਿੱਚ, ਅੱਗੇ ਆਉਣ ਵਾਲਾ ਸਮਾਂ ਵੀ ਸੁੱਖਾਂ ਵਿੱਚ। ਸਤਿਗੁਰੂ ਜੀ ਕਹਿੰਦੇ ਇਹ ਕਿਰਪਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੁੰਦੀ ਹੈ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ। ਜਿਸ ਗੁਰਮੁਖ ਪਿਆਰੇ 'ਤੇ ਐਸੀ ਕਿਰਪਾ ਸਤਿਗੁਰੂ ਪਰਮੇਸ਼ਰ ਨੇ ਕੀਤੀ ਹੈ, ਜਿਹਦੇ ਵਾਸਤੇ ਐਸੀ ਵਿਉਂਤ ਬਣਾਈ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹ ਡੋਲਦੇ ਨਹੀਂ। ਨਾ ਇੱਥੇ ਡੋਲਦੇ ਆ, ਇੱਥੋਂ ਤੱਕ ਤੂੰ ਨਾ ਡੋਲੇ, ਜਿਸ ਰਾਖੇ ਸਿਰਜਣਹਾਰ।
ਜਿਹਦੇ ਸਿਰ ਤੇ ਪਰਮੇਸ਼ਰ ਦਾ ਮਿਹਰ ਭਰਿਆ ਹੱਥ ਹੈ। ਸਤਿਗੁਰੂ ਜੀ ਕਹਿੰਦੇ ਨਾ ਇੱਥੇ ਡੋਲਦੇ ਆ ਨਾ ਪਰਲੋਕ ਵਿੱਚ ਡੋਲਦੇ ਆ, ਉਹਨਾਂ ਦੀ ਗੁਰੂ ਬਾਂਹ ਫੜ ਕੇ ਲਾਜ ਰੱਖਦਾ ਹੈ। ਫਿਰ ਡੋਲਤ ਕਤਹੂ ਨਾਹੀ। ਅੱਗੇ ਕਹਿੰਦੇ ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਸਾਚੇ ਸਾਹਿਬ ਸਿਉ ਮਨ ਮਾਨਿਆ, ਜਿਸ ਗੁਰਮੁਖ ਪਿਆਰੇ ਦਾ ਮਨ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਮਾਲਕ ਦੇ ਨਾਮ ਨਾਲ ਪਤੀਜ ਗਿਆ, ਭਿੱਜ ਗਿਆ, ਰੰਗਿਆ ਗਿਆ। ਸਤਿਗੁਰੂ ਜੀ ਕਹਿੰਦੇ ਜਿਹਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਨਿਰੰਤਰ ਦਾ ਅਰਥ ਹੈ ਨਿਰਅੰਤਰ, ਅੰਤਰ ਸਾਰੇ ਸੰਸਾਰ ਵਿੱਚ ਵਸਣ ਵਾਲਾ, ਨਿਰੰਤਰ ਤੇਰੇ ਅੰਦਰ ਵੀ ਵਸਣ ਵਾਲਾ, ਨਿਰੰਤਰ ਇੱਕ ਰਸ, ਬਿਨਾਂ ਵਿੱਥ ਤੋਂ, ਬਿਨਾਂ ਆਵੇ ਜਾਵੇ ਤੋਂ, ਜਿਹੜਾ ਪਰਮੇਸ਼ਰ ਸ਼ੁਰੂ ਤੋਂ ਤੇਰੇ ਅੰਦਰ ਵਸ ਰਿਹਾ ਹੈ, ਸਾਰੇ ਸੰਸਾਰ ਅੰਦਰ ਵਸ ਰਿਹਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਤਿਗੁਰੂ ਜੀ ਕਹਿੰਦੇ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸ਼ੁਰੂ ਤੋਂ ਪੂਰਾ, ਹੁਣ ਵੀ ਪੂਰਾ, ਤੇ ਅੰਤ ਸਮੇਂ ਤੱਕ ਉਹਨੇ ਸਦਾ ਕਾਇਮ ਰਹਿਣਾ ਹੈ। ਨਿਰੰਤਰ ਜਿਹੜਾ ਵਸ ਰਿਹਾ ਪਰਮੇਸ਼ਰ, ਸਤਿਗੁਰੂ ਜੀ ਕਹਿੰਦੇ ਉਹ ਨਿਰੰਤਰ ਵਸਣ ਵਾਲਾ ਮਾਲਕ ਸਭ ਥਾਂ ਉਹਨਾਂ ਨੂੰ ਨਜ਼ਰ ਆਉਣ ਲੱਗ ਪੈਂਦਾ। ਹਰ ਸਰਬ ਨਿਰੰਤਰ ਜਾਣਿਆ, ਉਹਦੀ ਜਾਣ ਪਛਾਣ, ਇੱਕ ਰਸ ਵਸਦਾ ਜਿਹੜਾ ਪਰਮੇਸ਼ਰ, ਉਹਦੀ ਪਛਾਣ ਹੋ ਜਾਂਦੀ ਹੈ ਜਿਹੜੇ ਗੁਰਮੁਖ ਪਿਆਰੇ ਹਨ। ਅੱਗੇ ਕਹਿੰਦੇ ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ। ਹੇ ਦਇਆ ਦੇ ਘਰ ਪਰਮੇਸ਼ਰ ਪਰਮਾਤਮਾ ਜੀ, ਸਾਰੇ ਜੀਵ ਤੇਰੇ ਪੈਦਾ ਕੀਤੇ ਹੋਇਆ, ਸਾਰਾ ਸੰਸਾਰ ਤੂੰ ਬਣਾਇਆ ਹੈ। ਬਣਾਇਆ ਹੀ ਬਣਦਾ ਨਾ, ਘਰ ਅਸੀਂ ਬਣਾਇਆ ਆਪਣਾ ਤਾਂ ਬਣਿਆ, ਆਪੇ ਤਾਂ ਨਹੀਂ ਪੈਦਾ ਹੋਇਆ। ਕੋਈ ਵੀ ਦਾਤ ਹੈ, ਕੋਈ ਵੀ ਚੀਜ਼ ਹੈ, ਬਣਾਈ ਬਣਦੀ ਹੈ। ਇਸੇ ਤਰ੍ਹਾਂ ਹੀ ਸੰਸਾਰ ਵੀ ਪਰਮੇਸ਼ਰ ਨੇ ਬਣਾਇਆ ਹੈ। ਇਹਦਾ ਕਰਤਾ ਮਾਲਕ ਹੈ, ਪਰਮੇਸ਼ਰ ਹੈ। ਸਤਿਗੁਰੂ ਜੀ ਕਹਿੰਦੇ ਸਭ ਜੀ, ਸਾਰੇ ਜੀਆ ਜੰਤੂ 84 ਲੱਖ ਜੂਨ, ਸਾਰਾ ਕੁਝ ਉਸ ਮਾਲਕ ਨੇ ਬਣਾਇਆ, ਉਹਨੇ ਪੈਦਾ ਕੀਤਾ। ਸਭ ਜੀ ਤੇਰੇ ਦਇਆਲਾ, ਖਸਮ ਸਾਰਿਆਂ ਦਾ ਇੱਕ ਮਾਲਕ ਹੈ। ਏਕੋ ਕਹੀਐ ਨਾਨਕਾ, ਦੂਜਾ ਕਾਹੇ ਕੋ, ਦੂਜਾ ਕਾਹੇ ਸਿਮਰਿਐ, ਜੋ ਜੰਮੈ ਤੈ ਮਰ ਜਾਏ। ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਹਿਆ ਸਮਾਏ। ਇੱਕ ਮਾਲਕ ਨੇ ਸਾਰੇ ਜੀਆ ਜੰਤੂ ਪੈਦਾ ਕੀਤੇ ਹੋਏ ਆ, ਪਰ ਮਾਇਆ ਦੇ ਕਾਰਨ, ਜੰਜਾਲਾਂ ਦੇ ਕਾਰਨ ਸਾਨੂੰ ਵੱਡੇ ਵੱਡੇ ਭੁਲੇਖੇ ਪੈ ਗਏ ਵੀ ਰੱਬ ਤਾਂ ਹੁੰਦਾ ਹੀ ਜੀ ਨਹੀਂ, ਰੱਬ ਤਾਂ ਨਹੀਂ ਹੁੰਦਾ ਜੀ। ਰੱਬ ਕਿੱਥੇ ਹੈ? ਜੇ ਹੋਵੇ ਤਾਂ ਦਿਸੇ ਨਾ। ਜੇ ਰੱਬ ਹੋਵੇ ਤੇ ਸਾਨੂੰ ਨਜ਼ਰ ਨਾ ਆਵੇ। ਜੇ ਨਜ਼ਰ ਹੀ ਆ ਗਿਆ ਤੇ ਫਿਰ ਉਹ ਰੱਬ ਨਹੀਂ ਹੈ, ਪਰਮੇਸ਼ਰ ਨਹੀਂ ਹੈ। ਜੇ ਉਹ ਨਜ਼ਰ ਹੀ ਆ ਗਿਆ, ਸਤਿਗੁਰੂ ਜੀ ਕਹਿੰਦੇ ਜੇ ਨਜ਼ਰ ਨਹੀਂ ਆਉਂਦਾ, ਇਹਦਾ ਮਤਲਬ ਇਹ ਨਹੀਂ ਵੀ ਪਰਮੇਸ਼ਰ ਹੈ ਹੀ ਨਹੀਂ। ਉਹ ਤਾਂ ਹਰ ਥਾਂ 'ਤੇ ਹੈ। ਆ ਹਵਾ, ਆਕਸੀਜਨ ਨਜ਼ਰ ਨਹੀਂ ਆਉਂਦੀ, ਫਿਰ ਇਹ ਵੀ ਆਪਾਂ ਕਹੀਏ ਵੀ ਹੈ ਨਹੀਂ। ਬਿਜਲੀ ਨਜ਼ਰ ਨਹੀਂ ਆਉਂਦੀ, ਬੰਦਾ ਕਦੇ ਵੀ ਇਹ ਤਾਂ ਹੈ ਹੀ ਨਹੀਂ, ਮੈਂ ਮੰਨਦਾ ਨਹੀਂ। ਤਾਰ ਨੂੰ ਹੱਥ ਲਾਵੇ, ਪਟਕਾ ਕੇ ਮਾਰਦੀ, ਆਪਾਂ ਦੇਖਦੇ ਹਾਂ ਕਰੰਟ ਕਿੰਨਾ ਭੈੜਾ ਹੁੰਦਾ ਹੈ। ਦਿਸਦਾ ਤਾਂ ਉਹ ਵੀ ਨਹੀਂ। ਹੋਰ ਬੜੀਆਂ ਚੀਜ਼ਾਂ ਜਿਹੜੀਆਂ ਦਿਸਦੀਆਂ ਨਹੀਂ, ਫਿਰ ਨਾ ਮੰਨੇ ਬੰਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਨਹੀਂ ਦਿਸਦਾ ਮਾਲਕ, ਯਾਦ ਰੱਖਿਓ ਜਿਹੜੀ ਚੀਜ਼ ਦਿਸਦੀ ਨਹੀਂ ਉਹਦੇ 'ਚ ਪਾਵਰ ਬਹੁਤ ਹੁੰਦੀ ਹੈ। ਪਾਵਰ ਦੁੱਗਣੀ ਚੌਗਣੀ ਹੁੰਦੀ ਆ। ਆਪਾਂ ਦੇਖਦੇ ਹਾਂ ਨਾ, ਆਪਾਂ ਕੋਈ ਦਰਖਤ ਪੱਟਣਾ ਹੋਵੇ, 10-10 ਟਰੈਕਟਰ ਲਾ ਕੇ ਵੀ ਉਹ ਦਰਖਤ ਪੱਟਿਆ ਨਹੀਂ ਜਾਂਦਾ, ਪਰ ਜਦੋਂ ਹਵਾ ਆਉਂਦੀ ਹੈ ਨਾ ਥੋੜ੍ਹੀ ਤੇਜ਼, ਉਸੇ ਦਰਖਤ ਦੀਆਂ ਜੜ੍ਹਾਂ ਕੱਢ ਕੇ ਬਾਹਰ ਰੱਖ ਦਿੰਦੀ। ਕਿੰਨੀ ਪਾਵਰ ਹੈ ਹਵਾ ਵਿੱਚ, ਦਿਸਦੀ ਨਹੀਂ। ਬਿਜਲੀ ਪਾਵਰ, ਇਹ ਵੀ ਦਿਸਦੀ ਨਹੀਂ, ਕਿੰਨੀ ਪਾਵਰ ਹੈ ਇਹਦੇ ਵਿੱਚ। ਇਸੇ ਤਰ੍ਹਾਂ ਜਿਹੜੀ ਚੀਜ਼ ਦਿਸਦੀ ਉਹਦੇ ਵਿੱਚ ਪਾਵਰ ਬਹੁਤ ਹੈ, ਅਤੇ ਮਾਲਕ ਪਰਮੇਸ਼ਰ ਵੀ ਨਜ਼ਰ ਨਹੀਂ ਆਉਂਦਾ। ਉਹ ਵੀ ਜੇ ਨਜ਼ਰ ਨਹੀਂ ਆਉਂਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਹੈ ਨਹੀਂ, ਹੈ। ਉਹ ਹਰ ਥਾਂ 'ਤੇ ਵਸ ਰਿਹਾ ਨਿਰੰਤਰ। ਹੁਣ ਵੀ ਸਾਡੇ ਵਿੱਚ ਹੈ। ਪੌਣ ਪਾਣੀ ਵੈ ਸੰਤਰ ਮਾਹੇ, 4 ਕੁੰਟ ਦਾ ਦਿਸੈ ਸਮਾਹੇ। ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਸਾਰਾ ਸੰਸਾਰ ਉਹਦੇ ਹੁਕਮ ਅੰਦਰ ਹੀ ਹੈ, ਉਹਨੇ ਬਣਾਇਆ ਹੈ। ਇੱਕ ਮਾਲਕ ਪਰਮੇਸ਼ਰ ਨੇ ਸਾਰਾ ਕੁਝ ਪੈਦਾ ਕੀਤਾ ਹੋਇਆ ਹੈ। ਆਪ ਉਹ ਗੁਪਤ ਤੌਰ 'ਤੇ ਸਾਰੇ ਸੰਸਾਰ ਵਿੱਚ ਵਸ ਰਿਹਾ ਹੈ। ਦਿਸਦਾ ਨਹੀਂ ਕਿਸੇ ਨੂੰ ਹੀ, ਨਜ਼ਰ ਉਹਨੂੰ ਆਉਂਦਾ ਹੈ ਜਿਹਨੂੰ ਸੋਝੀ ਆ ਗਈ। ਹਰ ਥਾਂ 'ਤੇ ਵਸਦਾ ਉਹਨੂੰ ਦਿਸਦਾ ਹੈ ਜਿਹਨੂੰ ਸੋਝੀ ਆ ਗਈ। ਜਿਵੇਂ ਸਤਿਗੁਰੂ ਜੀ ਕਹਿੰਦੇ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਜੁੜੇ ਹੋਇਆਂ ਨੇ ਜਿਹੜੇ ਪਰਮੇਸ਼ਰ ਨੂੰ ਜਪਣ ਵਾਲੇ, ਉਹਨਾਂ ਨੇ ਕਿਉਂ ਕਹਿ ਦਿੱਤਾ ਪੁਕਾਰ ਕੇ ਵੀ ਹਰ ਥਾਂ 'ਤੇ ਮਾਲਕ ਵਸ ਰਿਹਾ। ਹਰ ਹਿਰਦੇ ਵਿੱਚ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਵਸ ਰਿਹਾ ਹੈ, ਕਿਉਂਕਿ ਉਹਨਾਂ ਨੇ ਜਾਣ ਲਿਆ। ਉਹਨਾਂ ਦੀ ਅੱਖ ਬਣ ਗਈ ਦੇਖਣ ਵਾਲੀ।
शायर कहते वो तो इत्थों वख नहीं पर तेरी देखण वाली अख ही नहीं। वो मालिक परमेश्वर ते तो वख नहीं हुंदा, कदे भी नहीं हुंदा, सदा तेरे नाल है, पर तेरी देखण वाली हजे अख ही नहीं बनी, वो नेत्र ही नहीं बनया तेरा। जिवें आप अगे विचार करते हैं, दो बंदे, एक पढ़िया लिखिया ग्रैजुएशन बंदा है, एक अनपढ़ है। अनपढ़ नूं अखबार नहीं पढ़ना आउंदा, पर जिहड़ा पढ़िया लिखिया उन्होंने कोई भी भाषा में अखबार दिओ तो पढ़ के सुना दिंदा है। फिर अखां तो दोनों दी इक्को जिहियां, शरीर इक्को जिहा, पर वो पढ़ लैंदा, एक पढ़िया लिखिया होया तो एक अनपढ़ है, एक दी अख बनी हुई है, एक दी अख नहीं बनी। जे वो अनपढ़ कहे भी ना जी ना, आ तो पढ़ाई लिखाई कुछ हुंदी ही नहीं, किवें पढ़ लिया तूं, तो फिर वो कहंदा भी तू आ मेहनत कर, मेहनत करन नाल तैनूं फिर तैनूं भी अख मिल जानी, फिर तू भी भावें इंग्लिश पढ़ लई, भावें हिंदी पढ़ लई, भावें पंजाबी पढ़ लई, उर्दू पढ़ लई, कोई भी भाषा पढ़ लै मेहनत करके। इस तरह अकाल पुरख परमेश्वर की सोझी भी हो जाती है। सहजे सहजे उन्होंने जप के उहदे नाल उहदा अपना मन जोड़ी रख, उहदे चरनां नाल जुड़िया रहे। सतगुरु जी कहते एक दिन तेनों हर थां ते वसदा मालिक दिसन लग जाना है। कीड़ी तो लैके हाथी तक सब दे अंदर वो मालिक तेनों दिसन लग पैना, उहदी पावर ही वरतदी है। सब जी तेरे दयाला, सतगुरु जी कहते सारे जीआ जंतु तेरे ही है, तू ही साजे है, तू ही विच बैठा है। सब जी तेरे दयाला, अपने भगत करह प्रतिपाला, तू अपने भगतां दी रखवाली करदा है। सब दे उत्ते किरपा तां मालिक ही करदा है, पर जिहड़े उहदे प्यारे बन जाते, उहदे भगत बन जाते, उहदा नाम जपण वाले, उन्हां दी राखी गुरु आप करदा है, उन्हां ते किरपा परमेश्वर आप करदा, उन्हां दी फिक्र वाहिगुरू आप रखदा है। इस तरह सतगुरु जी कहते अपने भगत करह प्रतिपाला, आचरज तेरी वड्याई, नित नानक नाम ध्याई। आचरज का अर्थ है हैरान कर देने वाली गल, कौतक। आचरज तेरी वड्याई है मालिक परमेश्वर जी, तेरी वड्याई है ना, जिहड़ी तेरी बख्शिश है वह हैरान करने वाली है। कीड़ा थाप दे पातशाही, लश्कर करे सभा, सोचिया भी नहीं हुंदा वो हो जाता है, बंदा हैरान हुंदा है, ये किवें हो गया। ये मालिक की वड्याई है, जिहड़ा सोचिया भी नहीं वो हो गया, उहदी बख्शिश हैरान करने वाली है। जिहदी कोई आस मुराद नहीं हुंदी वो हो जावे तो फिर सतगुरु जी कहते बंदा हैरान हुंदा है। ये मालिक की किरपा हुंदी है। अचरज तेरी वड्याई, तेरियां वड्याइयां दा अंत नहीं किसी ने पाया, तेरे कौतक, तेरियां वड्याइयां, तेरियां बख्शिशां हैरान करन वालियां हन। सतगुरु जी गुरु पंचम पातशाह जी कहते अचरज तेरी वड्याई, नित नानक नाम ध्याई। असी तो उस परमात्मा परमेश्वर नूं सदा जपदे रहीए, ध्याउंदे रहीए, इसे विच ही साडा भला है। सतगुरु जी कहते उहदी वड्याई दा अंत नहीं, उहदी वड्याई हैरान करन वाली है। उहदी बख्शिश, जिहदे उत्ते भी परमेश्वर की बख्शिश हुंदी है, जिहदे उत्ते भी वो मेहर की दृष्टि करता है। सतगुरु जी कहते सदा उसका नाम वो मालिक दे परमेश्वर के चरनां नाल जुड़ के सिमरदा रहिंदा है। जिहदे उत्ते भी ऐसी बख्शिश हुंदी है, सतगुरु जी कहते उही फिर परमेश्वर का नाम जप सकदा है, सदा ध्या सकदा है। साडा भी यही फर्ज है, सतगुरु जी सानू ये उपदेश बख्शदे आ, सदा उन्होंने चेते रखीए, सदा उन्होंने याद करते रहिए, निता प्रति रोजाना उन्होंने सिमरिए। नित नानक नाम ध्याई, उन्होंने ध्यान नाल उन्हें खुश हो जाना है। जदों वड्डे दियां वड्याइयां करांगे, उस वड्डे दे गुण गावांगे, उन्हें खुश होके त्रुट के साडे ते बख्शिश करनी है, किरपा करनी, साडा जीवन सफला कर देना है। लोक सुखीए ते परलोक सुहेले कर देने हैं। सतगुरु ने दरगाह विच थां बख्श देनी है, सचखंड विच थां बख्श देनी। गुरु नूं सिमरे तो सचखंड विच थां मिलदी है। गुरु वाले बन के गुरु का सिमरन करते रहिए, जीवन सफला हो जाता है जी। ये सी सतगुरु जी का अज का मुख वाक। आप संगतां ने बड़े प्यार सत बैठ के सरवण किया जी। गलतियां भुलां दी खिमा, आसीस देनी देहो सज्जन आसीसड़ियाँ, जे होवै साहिब स्यों मेल।